ਸਤਿ ਸ਼੍ਰੀ ਅਕਾਲ ਦੋਸਤੋ, ਕਰੀਅਰ ਐਜ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਜੀਤ ਕੌਰ ਤੁਹਾਡੇ ਲਈ ਲੈ ਕੇ ਆਈ ਹਾਂ ਪੰਜਾਬ ਪੁਲਿਸ ਦੇ ਪੇਪਰਸ ਦੇ ਕੁਐਸਚਨ। ਹਾਂਜੀ, ਪੰਜਾਬ ਪੁਲਿਸ ਦਾ ਪੇਪਰ ਆ ਚੁੱਕਿਆ ਹੈ। 80 ਕੁਐਸਚਨ ਆਨੇ ਨੇ ਤੇ ਨੰਬਰ 2.5 ਨੰਬਰ ਦਾ ਇੱਕ ਕੁਐਸਚਨ ਆ। ਤੇ ਚਲੋ ਦੇਖਦੇ ਹਾਂ ਕਿਵੇਂ ਕਿਵੇਂ ਕੁਐਸਚਨ ਆ ਸਕਦਾ ਆ। ਹਾਂਜੀ, ਪਹਿਲਾ ਕੁਐਸਚਨ ਹੈ ਆਪਣਾ ਡਿਸਟੈਂਸ ਐਂਡ ਡਾਇਰੈਕਸ਼ਨ ਦਾ। ਡਿਸਟੈਂਸ ਐਂਡ ਡਾਇਰੈਕਸ਼ਨ ਦਾ ਕੁਐਸਚਨ ਕਰਨ ਤੋਂ ਪਹਿਲਾਂ ਆਪਾਂ ਬਣਾ ਲੈਂਦੇ ਹਾਂ ਆਪਣੀ ਚਾਰ ਡਾਇਰੈਕਸ਼ਨਸ। ਨਾਰਥ ਉੱਪਰ, ਸਾਊਥ ਥੱਲੇ, ਵੈਸਟ ਈਸਟ। ਨਾਰਥ ਕਿੱਥੇ ਹੁੰਦਾ ਉੱਪਰ, ਸਾਊਥ ਥੱਲੇ, ਵੈਸਟ ਇੱਧਰ, ਈਸਟ ਇੱਧਰ। ਹੁਣ ਕੁਐਸਚਨ 'ਚ ਲਿਖਿਆ ਹੈ ਇਫ A is to the south of B, A ਕਿੱਥੇ ਬਣਾਉਣਾ ਹੈ B ਦੇ ਸਾਊਥ ਵਿੱਚ, ਐਂਡ C is to the east of B, C ਬਣਾਉਣਾ ਹੈ B ਦੇ ਈਸਟ ਵਿੱਚ। ਤਾਂ B ਦੇ ਈਸਟ ਵਿੱਚ ਕੀ ਬਣਾਇਆ, C ਬਣਾਤਾ। In what direction is A with respect to C? क्वेश्चन पूछ रहा है A किथे है with respect to C। ਹੁਣ ਜਿੱਥੋਂ ਪੁੱਛਿਆ ਹੈ with respect ਪੁੱਛਿਆ ਹੈ ਤਾਂ with respect to C ਆਪਾਂ ਚਾਰਟ ਬਣਾ ਲਾਂਗੇ। ਆਪਣਾ ਆ ਗਿਆ ਨਾਰਥ, ਸਾਊਥ, ਵੈਸਟ, ਈਸਟ। ਤਾਂ ਆਪਣੀ ਡਾਇਰੈਕਸ਼ਨ ਆ ਗਈ ਸਾਊਥ ਵੈਸਟ। ਆ ਸਾਨੂੰ ਪੁੱਛਿਆ ਸੀ C A ਕਿੱਥੇ ਹੈ with respect to C, ਤਾਂ ਆਪਾਂ ਨੇ C ਤੇ ਚਾਰਟ ਬਣਾਇਆ ਤੇ ਚੈੱਕ ਕੀਤਾ A ਕਿੱਥੇ ਆਇਆ, ਨਾਰਥ ਸਾਊਥ ਵੈਸਟ ਤੇ ਆ ਗਿਆ। ਚਲੋ ਅਗਲੇ ਕੁਐਸਚਨ ਵੱਲ ਵਧਦੇ ਆ। ਅਗਲਾ ਕੁਐਸਚਨ ਕੀ ਕਹਿ ਰਿਹਾ ਹੈ। ਹਾਂਜੀ, ਅਗਲਾ ਕੁਐਸਚਨ ਕਹਿ ਰਿਹਾ ਹੈ ਲਕਸ਼ੇ ਨੇ ਵੈਸਟ ਨੂੰ ਚੱਲਣਾ ਸ਼ੁਰੂ ਕੀਤਾ 10 ਕਿਲੋਮੀਟਰ। ਹੁਣ ਲਕਸ਼ੇ 10 ਕਿਲੋਮੀਟਰ ਗਿਆ ਵੈਸਟ ਨੂੰ, ਫਿਰ ਉਹਨੇ ਲੈ ਲਿਆ ਲੈਫਟ ਟਰਨ ਤੇ 8 ਕਿਲੋਮੀਟਰ ਗਿਆ। ਰਾਈਟ ਟਰਨ ਉੱਤੇ ਹੋਏਗਾ, ਲੈਫਟ ਟਰਨ ਥੱਲੇ। ਉਹਨੇ ਲੈਫਟ ਟਰਨ ਲਿੱਤਾ 8 ਕਿਲੋਮੀਟਰ, ਫਿਰ ਉਹਨੇ ਲੈਫਟ ਟਰਨ ਲਿੱਤਾ ਤੇ 18 ਕਿਲੋਮੀਟਰ ਗਿਆ। ਤਾਂ ਲੈਫਟ ਟਰਨ, ਹਾਂਜੀ ਰਾਈਟ ਟਰਨ ਇੱਧਰ ਹੋਏਗਾ, ਲੈਫਟ ਟਰਨ ਇੱਧਰ ਹੋ ਜਾਏਗਾ। ਇਹ ਆ ਗਿਆ 10, ਫਿਰ ਆ ਗਿਆ 8 ਕਿਲੋਮੀਟਰ, ਇੱਧਰ ਆ ਗਿਆ। ਹੁਣ ਕੁਐਸਚਨ ਚ ਪੁੱਛ ਰਿਹਾ ਹੈ ਇਨ ਵਿਚ ਡਾਇਰੈਕਸ਼ਨ ਇਜ਼ ਹੀ ਨਾਓ ਫਰਮ ਹਿਸ ਸਟਾਰਟਿੰਗ ਪੁਆਇੰਟ। ਉਹ ਕਿਹੜੀ ਡਾਇਰੈਕਸ਼ਨ ਤੇ ਹੈ ਆਪਣੇ ਸਟਾਰਟਿੰਗ ਪੁਆਇੰਟ ਤੋਂ। ਤਾਂ ਸਟਾਰਟਿੰਗ ਪੁਆਇੰਟ ਹੈ ਰਿਹਾ, ਸਟਾਰਟਿੰਗ ਪੁਆਇੰਟ ਤੋਂ ਕਿਹੜੀ ਡਾਇਰੈਕਸ਼ਨ ਤੇ ਹੈ, ਨਾਰਥ, ਸਾਊਥ, ਵੈਸਟ, ਈਸਟ। ਤਾਂ ਕਿਹੜੀ ਡਾਇਰੈਕਸ਼ਨ ਤੇ ਹੈ, ਸਾਊਥ ਈਸਟ ਨੂੰ। ਤਾਂ ਆਪਣੀ ਆਪਸ਼ਨ ਆ ਗਈ ਸੀ ਆਪਸ਼ਨ। ਦੁਬਾਰਾ ਦੇਖੋ, ਕੁਐਸਚਨ ਚ ਕਹਿ ਰਿਹਾ ਹੈ ਲਕਸ਼ੇ ਵੈਸਟ ਨੂੰ ਗਿਆ 10 ਕਿਲੋਮੀਟਰ, ਫਿਰ ਉਹਨੇ ਲਿੱਤਾ ਲੈਫਟ ਟਰਨ। ਰਾਈਟ ਟਰਨ ਉੱਤੇ ਹੋਏਗਾ, ਲੈਫਟ ਟਰਨ ਥੱਲੇ ਆ ਗਿਆ 8 ਕਿਲੋਮੀਟਰ, ਫਿਰ ਲੈਫਟ ਟਰਨ ਲਿੱਤਾ ਤੇ ਕਿੰਨੇ ਕਿਲੋਮੀਟਰ ਗਿਆ, 18 ਕਿਲੋਮੀਟਰ। ਹਾਂਜੀ 10 ਤਾਂ ਸੀਗਾ ਹੀ, 8 ਕਿਲੋਮੀਟਰ ਹੋਰ ਚੱਲ ਗਿਆ, ਇੱਥੇ ਆ ਗਿਆ। ਹੁਣ ਕੁਐਸਚਨ ਚ ਪੁੱਛ ਰਿਹਾ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਡਾਇਰੈਕਸ਼ਨ ਤੇ ਹੈ। ਤੇ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਡਾਇਰੈਕਸ਼ਨ ਹੈ, ਸਾਊਥ ਈਸਟ ਨੂੰ। ਤਾਂ ਆਪਣਾ ਆਨਸਰ ਆ ਗਿਆ ਸੀ ਆਪਸ਼ਨ। ਨੈਕਸਟ ਕੁਐਸਚਨ ਹੈ ਆਪਣਾ ਕੋਡਿੰਗ ਡੀਕੋਡਿੰਗ ਦਾ। ਕੁਐਸਚਨ ਆ ਬ੍ਰੇਕ ਡਾਊਨ ਦਾ ਕੋਡ ਹੈ, ब्रेकडाउन का कोड है NWODKAERB। ट्राइंगल्स का कोड दसो। ब्रेकडाउन का एक कोड दिता है, ट्राइंगल्स का कोड कढ़ना है। हुण आपां ने देखना है ब्रेकडाउन का कोड है किवें बनिया। हुण एक ब्रेकडाउन वाले अल्फाबेट्स थल्ले आ रहे ने, बस थोड़े जे घुमाए फिराए ने। हुण आपां देखते हैं किद्दां घुमाए ने। BR की बनाता RB, EA AE, KD ਨੂੰ ਕੀ ਕਰਤਾ DK ਬਣਾਤਾ, OW ਨੂੰ WON ਯਾਨੀ ਕਿ ਰਿਵਰਸ ਕਰਤਾ। ਹੁਣ ਅਸੀਂ ਵੀ ਰਿਵਰਸ ਕਰਨਾ ਹੈ। BR ਕੀ ਆ ਜਾਊਗਾ RT, IA ਦਾ ਕੀ ਬਣਾਇਆ ਸੀ AI, NG ਦਾ GN, LE ਦਾ EL ਤਾਂ S। ਤਾਂ ਆਪਣਾ ਆ ਗਿਆ SEL GN AIRT। ਤਾਂ ਆਪਣੀ ਆਪਸ਼ਨ ਆ ਗਈ डी ऑप्शन। अगला क्वेश्चन है अपना अगेन कोडिंग डिकोडिंग ਦਾ। ਕੰਬਾਈਨ ਦਾ ਕੋਡ ਦਿੱਤਾ ਹੋਇਆ ਹੈ XLN YRMV। क्वेश्चन ਚ ਪੁੱਛ ਰਿਹਾ ਫਲਾਵਰ ਦਾ ਕੋਡ ਦੱਸੋ। ਹੁਣ ਦੇਖੋ ਆਪਣੇ ਕੋਲ ਹੈ ਕੀ ਹੈ, ਆਪੋਜ਼ਿਟ ਲੈਟਰਸ ਨੇ। ਦੋ ਲੈਟਰ ਇੱਕ ਦੂਸਰੇ ਦੇ ਆਪੋਜ਼ਿਟ ਉਦੋਂ ਹੁੰਦੇ ਨੇ ਜਦੋਂ ਉਹਨਾਂ ਦਾ ਸਮ ਕਿੰਨਾ ਆਉਂਦਾ ਹੈ 27। ਇਹ ਦੋਨੋਂ ਇੱਕ ਦੂਸਰੇ ਦੇ ਆਪੋਜ਼ਿਟ ਲੈਟਰ ਨੇ। C ਦਾ ਆਪੋਜ਼ਿਟ X, ਠੀਕ ਹੈ। ਹੁਣ ਆਪਾਂ ਕਿੱਦਾਂ ਸਮਝਦੇ ਹਾਂ ਕਿ ਜਦੋਂ ਉਹਨਾਂ ਦਾ ਸਮ ਕਿੰਨਾ ਆਉਂਦਾ ਹੈ 27 ਆਉਂਦਾ ਹੈ। 3 + 24 27, 15 + 12 27, 13 + 14 27, 2 + 25 27, 9 + 18 27। ਤੇ ਇਹ ਸਾਰੇ ਇੱਕ ਦੂਸਰੇ ਦੇ ਕੀ ਨੇ, ਆਪੋਜ਼ਿਟ ਲੈਟਰਸ ਨੇ।
ਹੁਣ ਆਪਾਂ ਨੇ ਆਪੋਜ਼ਿਟ ਲੈਟਰਸ ਨੂੰ ਯਾਦ ਵੀ ਕਰ ਲੈਣਾ ਹੈ। ਜਦੋਂ ਤੁਸੀਂ ਬੈਚ ਜੁਆਇਨ ਕਰੋਗੇ ਤੁਹਾਨੂੰ ਸਿਖਾਇਆ ਜਾਏਗਾ। ਹੁਣ F6 ਹੈ ਤਾਂ 21 ਆ ਜਾਏਗਾ U, L 12 ਆ ਤਾਂ ਆਪਣੇ ਕੋਲ ਕੀ ਆ ਜਾਏਗਾ OLX, ਠੀਕ ਹੈ। O ਦਾ ਕੀ ਹੋ ਜਾਏਗਾ L, 23 ਦਾ, ਠੀਕ ਹੈ, ਡੋਂਟ ਵਰੀ, D ਦਾ W, E ਦਾ V even, R ਦਾ I ਇੰਡੀਅਨ ਰੇਲਵੇਜ਼। अपना आंसर आ गया UOLDVI, UOLDVI। तो अपनी ऑप्शन है ए ऑप्शन। हाँ जी, अगला क्वेश्चन है अपना डिस्टेंस एंड डायरेक्शन का। क्वेश्चन च कह रहा है आशीष 40 मीटर नॉर्थ गया, किथे पहुंच गया, टेंपल पहुंच गया। ही वॉक्स बैक टू वेयर ही वॉज, वो वापिस आया जिथे सीगा, इथे वापस आ गया। and continuing in same direction goes for another 60 मीटर, इसी डायरेक्शन च होर 60 मीटर गया, होर, ठीक है। लिखा है another 60 मीटर, another 60 मीटर मतलब होर 60 मीटर गया। फिर उन्हें लेफ्ट टर्न लिता, 40 मीटर गया। ਹੁਣ ਰਾਈਟ ਟਰਨ ਇਧਰ ਨੂੰ ਹੋਏਗਾ, ਲੈਫਟ ਟਰਨ ਇਧਰ ਹੋ ਗਿਆ ਤਾਂ ਲੈਫਟ ਟਰਨ ਲਿੱਤਾ 40 ਮੀਟਰ, ਫਿਰ ਰਾਈਟ ਟਰਨ ਲਿੱਤਾ 20 ਮੀਟਰ ਤਾਂ ਰਾਈਟ ਟਰਨ ਥੱਲੇ ਆ ਗਿਆ 20 ਮੀਟਰ। ਕਿੱਥੇ ਪਹੁੰਚ ਗਿਆ, ਘਰ। क्वेश्चन च पूछ रहा है हाउ फार इज हिज हाउस फ्रॉम द टेंपल, किन्नी दूरी तो है ओदा घर टेंपल तो, ए दसना। एंड इन विच डायरेक्शन, ते केड़ी डायरेक्शन ते है। तो टेंपल तो आप डायरेक्शन कढ़ लेने आ घर दी, नॉर्थ साउथ वेस्ट ईस्ट। तो घर केड़ी डायरेक्शन ते आ रहा है, साउथ ईस्ट वाल, ठीक है। घर केड़ी डायरेक्शन च आ रहा है, साउथ ईस्ट। तो अपने को ऑप्शन साउथ ईस्ट या तो ए है या ए है। ਹੁਣ ਆਪਾਂ ਨੇ ਕੱਢਣਾ ਹੈ ਡਿਸਟੈਂਸ, ਘਰ ਤੋਂ ਟੈਂਪਲ ਦੀ ਦੂਰੀ। ਹੁਣ ਆਪਾਂ ਨੇ ਕੋਲ ਇਹਨੂੰ ਰਾਈਟ ਐਂਗਲ ਟ੍ਰਾਇੰਗਲ ਬਣਾਵਾਂਗੇ, ਇਹ 20 ਮੀਟਰ ਤਾਂ ਇਹ ਵੀ 20 ਮੀਟਰ। ਤਾਂ ਆਪਣਾ ਪਰਪੈਂਡੀਕੂਲਰ ਕਿੰਨਾ ਆ ਗਿਆ, 40 60 20, ਯਾਨੀ ਕਿ 100 120। ਤਾਂ ਪਰਪੈਂਡੀਕੂਲਰ ਆ ਗਿਆ 120 ਦਾ ਸਕੁਆਇਰ ਪਲੱਸ 40 ਦਾ ਸਕੁਆਇਰ। 120 मतलब 12 ਦਾ ਸਕੁਆਇਰ 144, 0 आ गए डबल, 4 ਦਾ ਸਕੁਆਇਰ 16, 0 आ गए डबल, ਇਹ ਆ ਗਿਆ ਆਪਣੇ ਕੋਲ 16000। 16000 ਕਿਸੇ ਦਾ ਸਕੁਆਇਰ ਰੂਟ ਨਹੀਂ ਹੁੰਦਾ, ਠੀਕ ਹੈ। ਇਹਨੂੰ ਆਪਾਂ ਇਦਾਂ ਲਿਖ ਸਕਦੇ ਹਾਂ 1600 into 10, ਤਾਂ 1600 ਦਾ ਆ ਜਾਏਗਾ 40 रूट 10। 1600 ਦਾ ਕੀ ਆ ਜਾਊਗਾ 40 रूट 10। ਤਾਂ ਆਪਣੀ ਆਪਸ਼ਨ ਆਏਗੀ डी ऑप्शन। सी ऑप्शन नहीं आएगी, केड़ी ऑप्शन आएगी, डी ऑप्शन। हाँ जी, दोबारा तो देखो, आशीष 40 मीटर नॉर्थ गया, टेंपल पहुंच गया, फिर वापस आया जिथे सीगा, फिर इसी डायरेक्शन च 60 मीटर हो गया, फिर उन्हें लिता लेफ्ट टर्न ते 40 मीटर गया, फिर उन्हें लिता राइट टर्न ते 20 मीटर गया, ए आ गया ओदा घर, ऐसी टेंपल ए आ गया घर। क्वेश्चन पूछ रहा है घर तो टेंपल दी दूरी दसो, तो घर तो टेंपल दी दूरी ए वाली है। ਹੁਣ ਇਹਦੇ ਲਈ ਆਪਾਂ ਨੇ ਕੀ ਕਰਨਾ ਹੈ, ਰਾਈਟ ਐਂਗਲ ਟ੍ਰਾਇੰਗਲ ਇਹਨੂੰ ਕੰਪਲੀਟ ਕੀਤਾ। ਆਪਾਂ ਦੋ ਰਾਈਟ ਐਂਗਲ ਟ੍ਰਾਇੰਗਲ ਨਹੀਂ ਲਵਾਂਗੇ, ਇੱਕੋ ਬਣਾਵਾਂਗੇ, ਇੱਕ ਬਣਾਤਾ, ਇਹ 20 ਤੇ ਇਹ ਵੀ 20। ਬੇਸ ਆਪਣੇ ਕੋਲ ਕਿੰਨਾ ਆ ਗਿਆ 40, ਪਰਪੈਂਡੀਕੂਲਰ ਆ ਗਿਆ 120, ਤਾਂ 120 ਦਾ ਸਕੁਆਇਰ ਪਲੱਸ 40 ਦਾ ਸਕੁਆਇਰ, ਤਾਂ ਆਪਣੇ ਕੋਲ ਆ ਗਿਆ 40 रूट 10 साउथ ईस्ट। नेक्स्ट क्वेश्चन है अपना सीरीज का। क्वेश्चन कह रहा है BMO EOQ HQS, अगे दसना है की आएगा। हाँ जी, पोजीशन वैल्यू पाने 2 5 8, इथे कितना इंक्रीज होया 3 दा, इथे भी कितना इंक्रीज होया 3 दा, तो अगला भी कितना इंक्रीज होएगा 3 दा, तो अपने को आ गया 11 के। 13 15 17, ਹੁਣ 13 15 2 इंक्रीज होया, फिर 2 इंक्रीज होया, फिर 2 इंक्रीज होया, तो कितना आ गया 19 एस आ गया। ਹੁਣ ਆਪਣੇ ਕੋਲ KS ਤੋਂ ਸਟਾਰਟ ਹੁੰਦੀ ਹੋਈ ਇੱਕੋ ਹੀ ਆਪਸ਼ਨ ਆ, ਡੀ ਆਪਸ਼ਨ। ਅਗਲਾ ਵੀ ਚੈੱਕ ਕਰ ਲੈਂਦੇ ਆ, 15 17 19, ਦੋ ਦੋ ਇੰਕਰੀਜ਼ ਹੋਇਆ ਤਾਂ ਅਗਲਾ ਕਿੰਨਾ ਆ ਜਾਏਗਾ 21, ਕੀ ਆ ਗਿਆ U, KSU। नेक्स्ट क्वेश्चन है अपना नंबर सीरीज का, तो आपने देखना अगला नंबर क्या आएगा। 19 2 जा 38, 38 3 जा 114, तो अगला आ जाएगा 114 into 4, कितना आ गया 4 5 6। 19 2 जा 38, 38 into 3 114, 114 into 4 4 5 6, तो अपनी ऑप्शन आ गई बी ऑप्शन। ਹੁਣ अगला क्वेश्चन दो तरीकों नाल हो रहा है, डिफरेंस नाल भी हो रहा है ते मल्टीप्लाई नाल भी हो रहा है। ਹੁਣ देखो डिफरेंस जे आप देखिए तो इतने 1 ਦਾ 1.5 चो 0.5 गए तो 1,
ਇੱਥੇ ਡਿਫਰੈਂਸ ਦੇਖਿਆ ਤਾਂ ਕਿੰਨਾ ਆ ਗਿਆ 3 ਦਾ, ਇੱਥੇ ਡਿਫਰੈਂਸ ਦੇਖਿਆ ਤਾਂ ਕਿੰਨਾ ਆ ਗਿਆ 9 ਦਾ। ਹੁਣ ਇੱਥੇ ਦੇਖੋ ਆਹ ਹੋ ਰਿਹਾ 3 ਨਾਲ ਗੁਣਾ, ਆਹ ਵੀ ਹੋ ਰਿਹਾ 3 ਨਾਲ ਗੁਣਾ, ਆਹ ਵੀ ਕਰ ਦਿਆ 3 ਨਾਲ ਗੁਣਾ, ਤਾਂ 27 ਦਾ ਡਿਫਰੈਂਸ। 9 3 27। ਜੇ ਆਪਾਂ 13.5 ਚ 27 ਐਡ ਕਰਾਂਗੇ ਤਾਂ ਆਪਣੇ ਕੋਲ ਆ ਗਿਆ 40.5, ਤਾਂ ਆਪਣੀ ਆਪਸ਼ਨ ਆ ਗਈ 40.5। ਹੁਣ ਆਪਾਂ ਇਹਨੂੰ ਡਿਫਰੈਂਸ ਮਲਟੀਪਲੀਕੇਸ਼ਨ ਨਾਲ ਵੀ ਕਰ ਸਕਦੇ ਹਾਂ। 0.5 ਨੂੰ 3 ਨਾਲ ਗੁਣਾ ਕੀਤਾ ਕਿੰਨਾ ਆ ਗਿਆ 1.5, 1.5 ਨੂੰ 3 ਨਾਲ ਗੁਣਾ ਕੀਤਾ ਕਿੰਨਾ ਆ ਗਿਆ 4.5, 4.5 ਨੂੰ 3 ਨਾਲ ਗੁਣਾ ਕੀਤਾ ਕਿੰਨਾ ਆ ਗਿਆ 13.5, 13.5 ਨੂੰ 3 ਨਾਲ ਗੁਣਾ ਕੀਤਾ ਤਾਂ ਕਿੰਨਾ ਆ ਗਿਆ 40.5। ਹਾਂਜੀ ਨੈਕਸਟ ਕੁਐਸਚਨ ਹੈ ਆਪਣਾ ਅਗੇਨ ਅਲਫਾਬੈਟ ਸੀਰੀਜ਼ ਦਾ। ਪੋਜੀਸ਼ਨ ਵੈਲਿਊਜ਼ ਪਾਵਾਂਗੇ ਤਾਂ ਆਨਸਰ ਦੱਸਾਂਗੇ। ਹਾਂਜੀ ਪਹਿਲੇ 5 ਚੈਪਟਰ ਬਹੁਤ ਹੀ ਸੌਖੇ ਹੋ ਜਾਣਗੇ ਜੇ ਤੁਸੀਂ ਪੋਜੀਸ਼ਨ ਵੈਲਿਊਜ਼ ਯਾਦ ਕਰ ਲੈਂਦੇ ਹੋ। ਪਹਿਲਾ ਹੈ ਆਪਣੇ ਕੋਲ ਡੀ ਦੀ ਪੋਜੀਸ਼ਨ ਵੈਲਿਊ 4, H8 M13। ਹੁਣ ਦੇਖੋ D4 H8 M13, ਤਾਂ ਪੋਜੀਸ਼ਨ ਵੈਲਿਊਜ਼ ਪਾਈ 4 ਤੇ 8 ਕਿੰਨਾ ਇੰਕਰੀਜ਼ ਹੋਇਆ 4, 8 ਤੇ 13 ਕਿੰਨਾ ਇੰਕਰੀਜ਼ ਹੋਇਆ 5, ਤਾਂ ਅਗਲਾ ਕਿੰਨਾ ਹੋ ਜਾਏਗਾ 6 ਦਾ ਇੰਕਰੀਜ਼। 13 plus 6 19 ਕੀ ਆ ਜਾਊਗਾ S ਤੋਂ ਸਟਾਰਟ, ਤਾਂ S ਆਪਣੇ ਕੋਲ 2 ਨੇ। ਅਗਲਾ ਚੈੱਕ ਕਰਦੇ ਆ E5 I9 N14। ਹੁਣ ਆਪਣੇ ਕੋਲ 5 ਤੇ 9 ਕਿੰਨਾ ਇੰਕਰੀਜ਼ ਹੋਇਆ +4, ਫਿਰ ਕਿੰਨਾ ਇੰਕਰੀਜ਼ ਹੋਇਆ +5, ਅਗਲਾ ਕਿੰਨਾ ਆ ਜਾਏਗਾ +6, ਤਾਂ 14 plus 6 20 ਯਾਨੀ ਕਿ T, ਤਾਂ ਆਪਣੇ ਕੋਲ ਆਪਸ਼ਨ ਆਏਗੀ A ਆਪਸ਼ਨ ST ਵਾਲੀ। ਤਾਂ ਹੁਣ ਅਗਲਾ ਚੈੱਕ ਕਰਾਂਗੇ 6 12 15। ਠੀਕ ਹੈ, ਤੇ ਇਹਦੇ ਵਿੱਚ ਵੀ ਆਪਣੇ ਕੋਲ ਕੀ ਹੋ ਰਿਹਾ ਹੈ 6 10 ਇਹ J ਹੈ, ਸੌਰੀ L ਲਿਖਿਆ ਹੋਇਆ 6 10 15। ਹਾਂਜੀ ਇਹਦੇ ਵਿੱਚ ਵੀ 4 ਤੇ 5 ਫਿਰ ਕਿੰਨਾ ਹੋ ਜਾਏਗਾ 6 21 U ਆ ਜਾਏਗਾ, ਤਾਂ ਆਪਣੀ ਆਪਸ਼ਨ A ਹੀ ਆਪਸ਼ਨ ਆ। ਨੈਕਸਟ ਕੁਐਸਚਨ ਹੈ ਆਪਣੀ ਅਲਫਾ ਨੂਮੈਰਿਕ ਸੀਰੀਜ਼ ਦੀ। ਕੁਐਸਚਨ ਕਹਿ ਰਿਹਾ ਹੈ in the following number sequence how many numbers are there which are exactly divisible by its immediate preceding number but not exactly divisible by immediate following number। ਹਾਂਜੀ ਕੁਐਸਚਨ ਥੋੜਾ ਜਿਹਾ ਮਿਸ ਆ। ਕੁਐਸਚਨ ਕਹਿ ਰਿਹਾ ਹੈ ਇੰਨੇ ਕਿੰਨੇ ਈਵਨ ਨੰਬਰ ਨੇ ਜਿਹੜੇ ਆਪਣੇ ਪ੍ਰੀਸੀਡਿੰਗ ਨਾਲ ਡਿਵੀਜ਼ੀਬਲ ਨੇ ਪਰ ਫੋਲੋਇੰਗ ਨਾਲ ਡਿਵੀਜ਼ੀਬਲ ਨਹੀਂ ਨੇ। ਠੀਕ ਹੈ, ਪ੍ਰੀਸੀਡਿੰਗ ਨਾਲ ਐਗਜ਼ੈਕਟਲੀ ਡਿਵੀਜ਼ੀਬਲ ਆ ਮਤਲਬ ਫ੍ਰੈਕਸ਼ਨ ਚ ਨਹੀਂ ਆ ਰਿਹਾ, ਪਰ ਫੋਲੋਇੰਗ ਨਾਲ ਡਿਵੀਜ਼ੀਬਲ ਨਹੀਂ ਹੈ। ਹਾਂਜੀ ਪਹਿਲਾ ਈਵਨ 8, 8 4 ਨਾਲ ਐਗਜ਼ੈਕਟਲੀ ਡਿਵੀਜ਼ੀਬਲ ਆ। ਠੀਕ ਹੈ 2 ਆ ਜਾਏਗਾ, ਪਰ ਜੇ 8 ਨੂੰ 6 ਨਾਲ ਡਿਵਾਈਡ ਕਰੀਏ ਤਾਂ ਫ੍ਰੈਕਸ਼ਨ ਚ ਆਏਗਾ, ਤਾਂ ਪਹਿਲਾ ਈਵਨ ਨੰਬਰ ਹੈ ਹੋ ਗਿਆ। ਜੇ 6 ਲਈਏ 6 ਈਵਨ ਹੈ ਤਾਂ 8 ਨਾਲ ਐਗਜ਼ੈਕਟਲੀ ਡਿਵੀਜ਼ੀਬਲ ਨਹੀਂ ਹੈ। ਅਗਲਾ 8 6 7 ਨਾਲ ਡਿਵੀਜ਼ੀਬਲ ਨਹੀਂ ਹੈ, 6 8 ਨਾਲ ਨਹੀਂ ਹੈ। ਹਾਂਜੀ ਅਗਲਾ ਈਵਨ 6 5 ਨਾਲ ਨਹੀਂ ਹੈ, ਅਗਲਾ ਈਵਨ 6 7 ਨਾਲ ਨਹੀਂ ਹੈ। ਅਗਲਾ ਈਵਨ ਨੰਬਰ ਆ ਜਾਏਗਾ 6 2 ਨਾਲ ਐਗਜ਼ੈਕਟਲੀ ਡਿਵੀਜ਼ੀਬਲ ਹੈ ਪਰ ਫੋਲੋਇੰਗ 7 ਨਾਲ ਡਿਵੀਜ਼ੀਬਲ ਨਹੀਂ ਹੈ। ਅਗਲਾ ਈਵਨ ਨੰਬਰ 8 2 ਨਾਲ ਐਗਜ਼ੈਕਟਲੀ ਡਿਵੀਜ਼ੀਬਲ ਹੈ ਪਰ ਨੈਕਸਟ 3 ਨਾਲ ਨਹੀਂ ਹੈ। ਅਗਲਾ ਈਵਨ ਨੰਬਰ ਆਏਗਾ 6 6 3 ਨਾਲ ਐਗਜ਼ੈਕਟਲੀ ਡਿਵੀਜ਼ੀਬਲ ਹੈ, 2 ਆ ਜਾਏਗਾ ਪਰ 9 ਨਾਲ ਨਹੀਂ ਹੈ। ਬਸ ਤਾਂ ਆਪਣੇ ਕਿੰਨੇ ਈਵਨ ਨੰਬਰਸ ਆ ਗਏ 1 2 3 4, ਤਾਂ ਆਪਣੀ ਆਪਸ਼ਨ ਆ ਗਈ ਡੀ ਆਪਸ਼ਨ। ਨੈਕਸਟ ਹੈ ਐਨੋਲੋਜੀ ਦਾ ਕੁਐਸਚਨ। A ਦਾ B ਦੇ ਨਾਲ ਰਿਸ਼ਤਾ ਦੇਖਣਾ ਹੈ, ਫਿਰ C ਦਾ D ਦੇ ਨਾਲ ਕੱਢਣਾ ਹੈ। A ਤੇ B ਦਾ ਰਿਸ਼ਤਾ ਦੇਖੋ ਤੇ C ਦਾ D ਨਾਲ ਕੱਢੋ। ਕਾਉ ਕਾਫ, ਕਾਉ ਦਾ ਬੇਬੀ ਕੀ ਹੁੰਦਾ ਹੈ ਕਾਫ। ਹਾਰਸ ਦੇ ਬੇਬੀ ਨੂੰ ਕੀ ਕਿਹਾ ਜਾਂਦਾ ਹੈ, ਹਾਰਸ ਦੇ ਬੇਬੀ ਨੂੰ ਕਿਹਾ ਜਾਂਦਾ ਹੈ ਪੋਨੀ, ਤਾਂ ਹਾਰਸ ਦਾ ਬੇਬੀ ਆ ਜਾਊਗਾ ਪੋਨੀ। ਨੈਕਸਟ ਕੁਐਸਚਨ ਹੈ ਕਲਾਸੀਫਿਕੇਸ਼ਨ ਦਾ। ਕਲਾਸੀਫਿਕੇਸ਼ਨ ਚ ਕੀ ਹੁੰਦਾ ਹੈ ਫਾਈਂਡ ਦੀ ਔਡ ਵਨ ਆਊਟ। ਆਪਣੇ ਕੋਲ 4 ਆਪਸ਼ਨਸ ਨੇ, 4 ਦੇ ਵਿੱਚ 3 ਇੱਕੋ ਜਿਹੇ ਨੇ, ਇੱਕ ਅਲੱਗ ਹੈ, ਤੇ ਜਿਹੜਾ ਅਲੱਗ ਹੈ ਉਹ ਦੱਸਣਾ ਹੈ। 3 ਇੱਕੋ ਜਿਹੇ ਨੇ, ਇੱਕ ਅਲੱਗ ਹੈ, ਤੇ ਜਿਹੜਾ ਅਲੱਗ ਹੈ ਉਹ ਦੱਸਣਾ ਹੈ। ਹਾਂਜੀ ਐਪਲ ਫਰੂਟ ਆ, ਗ੍ਰੇਪ ਵੀ ਫਰੂਟ ਆ, ਪੀਅਰਸ ਵੀ ਫਰੂਟ ਆ, ਪਾਈਨਸ ਕੀ ਹੈ ਟਰੀ। ਇਹ ਸਾਰੇ ਫਰੂਟਸ ਨੇ ਪਰ ਪਾਈਨਸ ਕੀ ਹੈ ਟਰੀ, ਤਾਂ ਆਪਣਾ ਆਪਸ਼ਨ ਆ ਗਿਆ ਡੀ। ਨੈਕਸਟ ਆਪਣੇ ਕੋਲ ਫਿਰ ਤੋਂ ਕਲਾਸੀਫਿਕੇਸ਼ਨ ਦਾ ਕੁਐਸਚਨ ਆ ਗਿਆ ਫਾਈਂਡ ਦੀ ਔਡ ਵਨ ਆਊਟ। ਸਾਡੇ ਕੋਲ 4 ਆਪਸ਼ਨਸ ਨੇ, 3 ਇੱਕੋ ਜਿਹੀਆਂ ਨੇ, ਇੱਕ ਅਲੱਗ ਹੈ। ਹੈਂਗਰ, ਪਲੇਟਫਾਰਮ, ਡੌਕ, ਪਾਰਕ। ਹਾਂਜੀ ਇਹ ਸਾਰੇ ਪਾਰਕਿੰਗ ਏਰੀਆਜ਼ ਨੇ, ਪਰ ਪਾਰਕ ਕੀ ਹੁੰਦਾ ਹੈ ਬੱਚਿਆਂ ਦੇ ਖੇਡਣ ਦੀ ਜਗ੍ਹਾ ਜਾਂ ਵਾਕ ਕਰਨ ਦੀ ਜਗ੍ਹਾ। ਪਲੇਟਫਾਰਮ ਤੇ ਟ੍ਰੇਨ ਹੁੰਦੀ ਹੈ, ਠੀਕ ਹੈ, ਤੇ ਐਰੋਪਲੇਨ, ਹੈਲੀਕਾਪਟਰਸ, ਸੀ ਸ਼ਿਪਸ ਵਗੈਰਾ ਕੀ ਕਰਦੇ ਨੇ ਰੁਕਦੇ ਨੇ।
ऑड वन आउट हो गया अपना पार्क। हाँ जी, नेक्स्ट क्वेश्चन है कि ये पॉसिबल आ कि ਅਸੀਂ ਕੋਈ ਮੀਨਿੰਗਫੁਲ ਵਰਡ ਬਣਾ ਸਕੀਏ ਸੈਕਿੰਡ ਵਰਡ, ਫੋਰਥ ਵਰਡ, ਸੈਵਨਥ ਵਰਡ ਤੇ 10th ਵਰਡ ਨਾਲ। ਸੈਕਿੰਡ ਆ ਟੀ, ਫੋਰਥ ਆ ਆਈ, ਫਿਰ ਆ ਸੈਵਨਥ, 5 6 7, ਸੈਵਨਥ ਹੈ ਐਨ, 10th 8th 9th 10th। ਕੀ ਇਹ ਪੋਸੀਬਲ ਹੈ ਕਿ ਅਸੀਂ ਇਹ ਚਾਰ ਅਕਸ਼ਰ ਨੂੰ ਯੂਜ਼ ਕਰਕੇ ਕੋਈ ਮੀਨਿੰਗਫੁਲ ਵਰਡ ਬਣਾ ਸਕੀਏ? ਜੇ ਤਾਂ ਇੱਕੋ ਵਰਡ ਬਣਦਾ ਹੈ ਤਾਂ ਉਹਦਾ ਥਰਡ ਲੈਟਰ ਦੱਸੋ। ਜੇ ਕੋਈ ਵਰਡ ਨਹੀਂ ਬਣਦਾ ਤਾਂ ਐਕਸ ਮਾਰਕ ਕਰੋ। ਜੇ ਇੱਕ ਤੋਂ ਜ਼ਿਆਦਾ ਬਣਦੇ ਨੇ ਤਾਂ ਕੀ ਮਾਰਕ ਕਰਨਾ ਹੈ? ਐਮ। ਹਾਂਜੀ, ਹੁਣ ਆਪਣਾ ਇੱਕੋ ਵਰਡ ਬਣ ਰਿਹਾ ਟਾਈਨੀ, ਤਾਂ ਸਿੰਗਲ ਵਰਡ ਬਣ ਰਿਹਾ ਤਾਂ ਆਪਾਂ ਕੀ ਦੱਸਣਾ ਹੈ? ਥਰਡ ਲੈਟਰ। ਤਾਂ ਥਰਡ ਲੈਟਰ ਉਹਦਾ ਕੀ ਹੈ? ਐਨ। ਜੇ ਇੱਕ ਤੋਂ ਜ਼ਿਆਦਾ ਬੰਦੇ ਤਾਂ ਆਪਾਂ ਕੀ ਮਾਰਕ ਕਰਨਾ ਸੀ? ਐਕਸ। ਜੇ ਕੋਈ ਵੀ ਨਾ ਬੰਦਾ ਤਾਂ ਕੀ ਮਾਰਕ ਕਰਨਾ ਸੀ? ਐਮ। ਨੈਕਸਟ ਕੁਐਸਚਨ ਹੈ, ਸਾਡੇ ਕੋਲ ਚਾਰ ਅਕਸ਼ਰ ਦੇ ਤੇ ਉਹਨੇ ਕਿਹਾ ਕਿ ਇਹਨੂੰ ਚਾਰ ਅਕਸ਼ਰਾਂ ਨੂੰ ਯੂਜ਼ ਕਰਕੇ ਮੀਨਿੰਗਫੁਲ ਵਰਡ ਬਣਾਈਏ। ਜੇ ਕਿੰਨੇ ਮੀਨਿੰਗਫੁਲ ਵਰਡਸ ਬਣਦੇ ਨੇ? ਕੁਐਸਚਨ ਕਿਹਾ ਹਾਊ ਮੈਨੀ ਮੀਨਿੰਗਫੁਲ ਇੰਗਲਿਸ਼ ਵਰਡਸ ਕੈਨ ਬੀ ਮੇਡ ਬਾਈ ਯੂਜ਼ਿੰਗ TEBI। ਹਾਂਜੀ, TEBI ਆਪਣੇ ਕੋਲ ਮੀਨਿੰਗਫੁਲ ਵਰਡ ਬਣਦਾ ਹੈ ਬਾਈਟ, ਸਿੰਗਲ ਵਰਡ, ਇੱਕ ਵਰਡ ਬਣਦਾ ਹੈ। ਤਾਂ ਆਪਣਾ ਆਨਸਰ ਆ ਜਾਊਗਾ ਬੀ। ਚਲੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਕੁਐਸਚਨ ਕੀ ਕਹਿ ਰਿਹਾ ਹੈ? ਹਾਂਜੀ, ਨੈਕਸਟ ਕੁਐਸਚਨ ਹੈ ਆਪਣਾ ਐਨੋਲੋਜੀ ਦਾ। ਏ ਦਾ ਬੀ ਦੇ ਨਾਲ ਰਿਸ਼ਤਾ ਦੇਖਣਾ ਹੈ, ਸੀ ਦਾ ਸੇਮ ਬਣਾਉਣਾ ਹੈ। ਏ ਦਾ ਬੀ ਦੇ ਨਾਲ ਚੈੱਕ ਕਰੋ ਤੇ ਸੀ ਦਾ ਡੀ ਨਾਲ ਬਣਾਓ। ਹੁਣ ਆਪਾਂ ਦੇਖਦੇ ਹਾਂ ਬਕਟ ਚ ਅਕਸ਼ਰ ਨੇ 6, ਪਰ ਇਹਦੇ ਕੋਡ ਵਿੱਚ 2 2 4 2 6 8 10 12 ਨੇ। ਇਹਦਾ ਮਤਲਬ ਇੱਕ ਦੇ ਨਾਲ ਦੋ ਰਿਲੇਟਡ। AC, TV, BD, JL, DF, SU। ਤਾਂ ਆਪਣੇ ਕੋਲ ਇੱਕ ਦੇ ਨਾਲ ਦੋ ਵਰਡਸ ਰਿਲੇਟ ਨੇ, ਯਾਨੀ ਕਿ ਬੀ ਦੇ ਨਾਲ ਆਹ ਦੋਨੋਂ, ਯੂ ਦੇ ਨਾਲ ਇਹ ਦੋਨੋਂ, ਸੀ ਦੇ ਨਾਲ ਇਹ ਦੋਨੋਂ, ਕੇ ਦੇ ਨਾਲ ਇਹ ਦੋਨੋਂ, ਫਿਰ ਈ ਦੇ ਨਾਲ ਇਹ ਦੋਨੋਂ, ਫਿਰ ਟੀ ਦੇ ਨਾਲ ਇਹ ਦੋਨੋਂ। ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਤੇ ਇਹਦੇ ਵਿੱਚ ਕੀ ਹੋ ਰਿਹਾ ਹੈ? ਇੱਕ ਪ੍ਰੀਵੀਅਸ ਲੈਟਰ ਤੇ ਇੱਕ ਫੋਲੋਇੰਗ। ਹਾਂਜੀ, ਬੀ ਦਾ ਪ੍ਰੀਵੀਅਸ ਲੈਟਰ ਏ, ਬੀ ਦਾ ਫੋਲੋਇੰਗ ਸੀ, ਯੂ ਦਾ ਪ੍ਰੀਵੀਅਸ ਲੈਟਰ ਟੀ, ਯੂ ਦਾ ਅਗਲਾ ਬੀ, ਸੀ ਦਾ ਪ੍ਰੀਵੀਅਸ ਬੀ ਤਾਂ ਅਗਲਾ ਡੀ, ਕੇ ਦਾ ਪ੍ਰੀਵੀਅਸ ਜੇ ਤੇ ਕੇ ਦਾ ਅਗਲਾ ਐਲ। ਮਤਲਬ ਇੱਕ ਪ੍ਰੀਵੀਅਸ ਲੈਟਰ ਹੈ ਤੇ ਇੱਕ ਫੋਲੋਇੰਗ ਹੈ। ਹੁਣ ਜਿਵੇਂ ਬੀ ਹੈ, ਬੀ ਦਾ ਅਗਲਾ ਲੈਟਰ ਏ ਹੋਏਗਾ ਤੇ ਪਿਛਲਾ ਏ ਤੇ ਅਗਲਾ ਸੀ, ਯਾਨੀ ਕਿ ਏਸੀ। ਇਹ ਆਪਸ਼ਨ ਐਲੀਮਿਨੇਟ ਹੋਗੀ। ਓ ਦਾ ਪਿਛਲਾ ਐਨ ਤਾਂ ਅਗਲਾ ਪੀ, ਐਨਪੀ। ਹਾਂਜੀ, ਐਨਪੀ ਆਪਣੇ ਕੋਲ ਆ ਰਿਹਾ ਸੀ ਆਪਸ਼ਨ। ਇਹ ਦੋਨੋਂ ਆਪਸ਼ਨਸ ਐਲੀਮਿਨੇਟ ਹੋ ਗਏ। ਜੇ ਅਗਲਾ ਚੈੱਕ ਕਰੀਏ N14 ਤਾਂ M ਆ ਜਾਏਗਾ ਤੇ O। ਹਾਂਜੀ, MO ਬਿਲਕੁਲ ਸਹੀ। ਤਾਂ ਆਪਣਾ ਆंसर ਆ ਜਾਏਗਾ ਸੀ ਆਪਸ਼ਨ। ਅਗਲਾ ਕੁਐਸਚਨ ਆ ਇਫ A is related to this, ਇਹਦਾ ਰਿਲੇਸ਼ਨ ਦੱਸੋ। ਹੁਣ A ਦਾ ਰਿਲੇਸ਼ਨ ਇਹਦੇ ਨਾਲ 6 ਦਾ ਰਿਲੇਸ਼ਨ 222 ਨਾਲ। ਹਾਂਜੀ, ਸਾਨੂੰ ਪਤਾ ਹੈ 6 ਦੀ ਕਿਊਬ ਕਿੰਨੀ ਹੁੰਦੀ ਹੈ? 216। ਤਾਂ ਇਹ ਕੀ ਹੋ ਰਿਹਾ? 216 plus 6 ਤਾਂ 222 ਆ ਜਾਏਗਾ। ਹੁਣ ਇਹਦੇ ਹੀ 7 ਦਾ ਦੱਸਣਾ ਹੈ ਤਾਂ 7 ਦੀ ਕਿਊਬ ਕਿੰਨੀ ਹੁੰਦੀ ਹੈ? 343 ਪਲੱਸ 7 ਤਾਂ ਆਪਣੇ ਕੋਲ ਆ ਗਿਆ 350। ਤਾਂ ਆਪਣੀ ਆਪਸ਼ਨ ਆ ਗਈ ਡੀ ਆਪਸ਼ਨ। ਏ ਦਾ ਬੀ ਦੇ ਨਾਲ ਰਿਸ਼ਤਾ ਦੇਖਣਾ ਹੈ, ਸੀ ਦਾ ਡੀ ਦੇ ਨਾਲ ਕੱਢਣਾ ਹੈ। ਤਾਂ ਕੀ ਹੋ ਰਿਹਾ ਹੈ? +7, 350 ਆ ਗਿਆ। ਨੈਕਸਟ ਹੈ ਆਪਣਾ ਕੁਐਸਚਨ ਬਲੱਡ ਰਿਲੇਸ਼ਨਸ਼ਿਪ ਦਾ। ਹਾਂਜੀ, ਬਲੱਡ ਰਿਲੇਸ਼ਨਸ਼ਿਪ ਦੇ ਕੁਐਸਚਨਸ ਆਪਾਂ ਜਾਂ ਤਾਂ ਅਸਿਊਮ ਕਰਕੇ ਕਰ ਸਕਦੇ ਹਾਂ ਜਾਂ ਟਰੀ ਬਣਾ ਕੇ ਕਰ ਸਕਦੇ ਹਾਂ। ਤਾਂ ਚਲੋ ਅੱਜ ਕਰਦੇ ਹਾਂ ਅਸਿਊਮ ਕਰਕੇ। ਪੋਇੰਟਿੰਗ ਟੂ ਅ ਫੋਟੋਗ੍ਰਾਫ ਅ ਵੂਮਨ ਸੇਜ਼। ਹੁਣ ਵੂਮਨ ਕੌਣ ਹੈ? ਸਪੀਕਰ। ਜਦ ਵੀ ਆਪਾਂ ਨੇ ਕੁਐਸਚਨ ਨੂੰ ਅਸਿਊਮ ਕਰਕੇ ਕਰਨਾ, ਆਪਾਂ ਨੇ ਕੁਐਸਚਨ ਸਪੀਕਰ ਨੂੰ ਆਪਣੇ ਆਪ ਨੂੰ ਅਸਿਊਮ ਕਰਨਾ। ਸਪੀਕਰ ਅਸੀਂ ਆ, ਠੀਕ ਹੈ। ਹੁਣ ਆਪਣੇ ਆਪ ਨੂੰ ਸਪੀਕਰ ਅਸਿਊਮ ਕੀਤਾ, ਪਿੱਛੇ ਤੋਂ ਕੁਐਸਚਨ ਪੜਿਆ। ਮਾਈ ਹਸਬੈਂਡਸ ਫਾਦਰ, ਸਪੀਕਰ ਕਹਿ ਰਹੀ ਹੈ ਮੇਰੇ ਹਸਬੈਂਡ ਦੇ ਪਾਪਾ। ਹਾਂਜੀ, ਸਪੀਕਰ ਦੇ ਹਸਬੈਂਡ ਦੇ ਪਾਪਾ ਕੌਣ ਹੋ ਗਏ? ਉਹਦੇ ਸਹੁਰਾ, ਸਹੁਰੇ ਦੀ ਵਾਈਫ, ਸੱਸ, ਸੱਸ ਦਾ ਮੁੰਡਾ ਹੈ, ਸੱਸ ਦਾ ਮੁੰਡਾ ਹੈ ਤਾਂ ਸੱਸ ਦਾ ਮੁੰਡਾ ਹੈ ਤਾਂ ਉਹਦਾ ਕੀ ਹੋ ਜਾਏਗਾ? ਹਸਬੈਂਡ ਹੋਏਗਾ। ਜੇ ਓਨਲੀ ਸਨ ਲਿਖਿਆ ਹੁੰਦਾ ਤਾਂ ਕੀ ਹੋ ਜਾਣਾ ਸੀ? ਹਸਬੈਂਡ। ਪਰ ਸੱਸ ਦਾ ਮੁੰਡਾ, ਹੁਣ ਆਪਣੇ ਕੋਲ ਆ ਬ੍ਰਦਰ ਇਨ ਲਾਅ ਆਪਸ਼ਨ। ਹਸਬੈਂਡ ਤਾਂ ਆਪਸ਼ਨ ਹੀ ਨਹੀਂ ਹੈ, ਕੀ ਆ ਜਾਏਗਾ? ਬ੍ਰਦਰ ਇਨ ਲਾਅ। ਜੇ ਓਨਲੀ ਸਨ ਦੇ ਦਿੰਦਾ ਤਾਂ ਕੀ ਹੋ ਜਾਣਾ ਸੀ? ਮੁੰਡਾ, ਉਹਦਾ ਹਸਬੈਂਡ। ਦੁਬਾਰਾ ਦੇਖੋ, ਸਪੀਕਰ ਤੋਂ ਸ਼ੁਰੂ ਕੀਤਾ, ਠੀਕ ਹੈ। ਸਪੀਕਰ ਤੋਂ ਸ਼ੁਰੂ ਕਰਾਂਗੇ ਤਾਂ ਪਿੱਛੇ ਤੋਂ ਪੜਿਆ ਮਾਈ ਹਸਬੈਂਡਸ ਫਾਦਰ, ਮੇਰੇ ਹਸਬੈਂਡ ਦੇ ਪਾਪਾ। ਮਤਲਬ ਮੇਰੇ ਹਸਬੈਂਡ ਦੇ ਪਾਪਾ ਮਤਲਬ ਸਹੁਰਾ, ਸਹੁਰੇ ਦੀ ਵਾਈਫ, ਸੱਸ, ਸੱਸ ਦਾ ਮੁੰਡਾ ਹੈ। ਸੱਸ ਦਾ ਓਨਲੀ ਮੁੰਡਾ ਨਹੀਂ ਲਿਖਿਆ, ਓਨਲੀ ਮੁੰਡਾ ਹੁੰਦਾ ਤਾਂ ਹਸਬੈਂਡ ਹੋ ਜਾਣਾ ਸੀ।
ਹੁਣ ਕੀ ਹੋ ਜਾਊਗਾ ਬ੍ਰਦਰ ਇਨ ਲॉ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਵਿੱਚ ਵੀ ਆਪਣੇ ਕੋਲ ਬਲੱਡ ਰਿਲੇਸ਼ਨਸ਼ਿਪ ਆ, ਅਸਿਊਮ ਕਰਕੇ ਕਰਦੇ ਆ। pointing to a woman in a photograph a man says, the speaker कौन है man, तो man तो पढ़िया, पीछे से स्टार्ट किया। my daughter in law's mother in law, man कह रहा है मेरी बहू दी सस, मेरी बहू दी सस मतलब ओदी वाइफ, ओदी वाइफ दा सन तो ओदा अपना मुंडा, ਉਹਦੇ ਆਪਣੇ ਮੁੰਡੇ ਦੀ ਦਾਦੀ ਹੈ, ਉਹਦੇ ਆਪਣੇ ਮੁੰਡੇ ਦੀ ਦਾਦੀ ਮਤਲਬ ਉਸ ਮੈਨ ਦੀ ਕੀ ਹੋਗੀ ਮਦਰ, ਆਪਣੇ ਮੁੰਡੇ ਦੀ ਦਾਦੀ, ਉਹਦੇ ਆਪਣੇ ਮੁੰਡੇ ਦੀ ਦਾਦੀ ਮਤਲਬ ਉਹਦੀ ਕੀ ਹੋਗੀ ਮਦਰ। ਹੁਣ ਕੁਐਸਚਨ ਪੁੱਛ ਰਿਹਾ ਹੈ ਵੂਮਨ ਉਸ ਮੈਨ ਦੀ ਕੀ ਲੱਗੀ, ਤਾਂ ਵੂਮਨ ਉਸ ਮੈਨ ਦੀ ਕੀ ਲੱਗੀ ਮਦਰ। दोबारा देखो, जब भी अपन ने ज्यूम करके क्वेश्चन शुरू करना है पीछे तो शुरू करना है, स्पीकर तो स्पीकर कौन है मैन, तो पीछे तो पढ़िया माय वर्ड, तो मेरे डॉटर इन लॉज मदर इन लॉ, उन्हें क्या मेरी बहू दी सस, बहू दी सस मतलब ओदी वोटी, ओदी वोटी दा सन, ओदा मुंडा, ओदे मुंडे दी दादी है, ओदे मुंडे दी दादी मतलब ओदी की हो गई मदर हो गई। हाँ जी, ਨੈਕਸਟ ਫਿਰ ਬਲੱਡ ਰਿਲੇਸ਼ਨਸ਼ਿਪ ਦਾ ਕੁਐਸਚਨਸ ਫਿਰ ਆਪਾਂ ਅਸਿਊਮ ਕਰਕੇ ਕਰਦੇ ਹਾਂ। ਹਾਂਜੀ, ਕੱਲ ਅਸੀਂ ਟਰੀ ਬਣਾ ਕੇ ਕਰੇ ਸੀ, ਅੱਜ ਅਸੀਂ ਅਸਿਊਮ ਕਰਕੇ ਕਰ ਰਹੇ ਹਾਂ। ਦੋਨੋਂ ਤਰੀਕੇ ਤੁਹਾਨੂੰ ਸਿਖਾਏ ਜਾਣਗੇ। pointing to a woman in a photograph a man says, ਹਾਂਜੀ ਮੈਨ ਕੌਣ ਹੋ ਗਿਆ ਸਪੀਕਰ, ਸਪੀਕਰ ਤੋਂ ਸਟਾਰਟ ਕੀਤਾ, ਸਪੀਕਰ ਤੋਂ ਸਟਾਰਟ ਕੀਤਾ ਕੀ ਆਇਆ ਮਾਈ ਵਾਈਫਸ ਮਦਰ ਇਨ ਲॉ, ਠੀਕ ਹੈ। ਮੈਨ ਕਹਿ ਰਿਹਾ ਮੇਰੀ ਵਾਈਫ ਦੀ ਮਦਰ ਇਨ ਲॉ, ਮੇਰੀ ਵੋਟੀ ਦੀ ਸੱਸ, ਮੇਰੀ ਵੋਟੀ ਦੀ ਸੱਸ ਮਤਲਬ ਉਹਦੀ ਮੰਮੀ, ਉਹਦੀ ਮੰਮੀ ਦੀ ਓਨਲੀ ਡਾਟਰ, ਉਹਦੀ ਮੰਮੀ ਦੀ ਓਨਲੀ ਡਾਟਰ ਮਤਲਬ ਉਹਦੀ ਆਪਣੀ ਭੈਣ, ਠੀਕ ਹੈ। ਉਹਦੀ ਮੰਮੀ ਦੀ ਇਕਲੌਤੀ ਡਾਟਰ ਉਹਦੀ ਭੈਣ। ਹੁਣ ਕੁਐਸਚਨ ਚ ਕਹਿ ਰਿਹਾ ਵੂਮਨ ਉਸ ਮੈਨ ਦੀ ਕੀ ਲੱਗੀ, ਤਾਂ ਵੂਮਨ ਉਸ ਮੈਨ ਦੀ ਕੀ ਲੱਗੀ ਸਿਸਟਰ, ਤਾਂ ਵੂਮਨ ਉਸ ਮੈਨ ਦੀ ਸਿਸਟਰ ਲੱਗੀ। ਦੁਬਾਰਾ ਦੇਖੋ, ਮੈਨ ਕਹਿ ਰਿਹਾ ਮੇਰੇ ਵਾਈਫ ਦੀ ਮਦਰ ਇਨ ਲॉ, ਮੇਰੀ ਵਾਈਫ ਦੀ ਮਦਰ ਇਨ ਲॉ ਮਤਲਬ ਉਹਦੀ ਮਦਰ, ਉਹਦੀ ਮਦਰ ਦੀ ਓਨਲੀ ਡਾਟਰ ਮਤਲਬ ਉਹਦੀ ਸਿਸਟਰ। ਵੂਮਨ ਉਸ ਮੈਨ ਦੀ ਕੀ ਲੱਗੀ ਸਿਸਟਰ ਲੱਗੀ, ਤਾਂ ਆਪਣਾ ਆਨਸਰ ਆ ਗਿਆ ਸੀ ਆਪਸ਼ਨ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਆਪਣਾ ਇੰਬੈਡਡ ਫਿਗਰ ਦਾ। ਕੁਐਸਚਨ ਚ ਕਹਿ ਰਿਹਾ ਹੈ ਇਹ ਐਕਸ ਫਿਗਰ ਇਹਨਾਂ ਫਿਗਰ ਚ ਇੰਬੈਡ ਹੋ ਚੁੱਕੀ ਹੈ, ਤਾਂ ਆਪਾਂ ਨੇ ਉਹ ਲੱਭਣੀ ਹੈ ਕਿੱਥੇ ਇੰਬੈਡ ਹੋ ਗਈ ਹੈ, ਤਾਂ ਆਪਾਂ ਨੇ ਉਹ ਫਿਗਰ ਫਾਈਂਡ ਆਊਟ ਕਰਨੀ ਹੈ। ਇੰਬੈਡਡ ਫਿਗਰ ਵਿੱਚ ਕੀ ਹੁੰਦਾ, ਜਿਹੜੀ ਆਪਣੇ ਕੋਲ ਕੁਐਸਚਨ ਫਿਗਰ ਹੈ ਇਹ ਆਪਣੇ ਇੱਥੇ ਆਪਸ਼ਨ ਵਿੱਚ ਮਿਸਿੰਗ ਹੈ, ਤਾਂ ਹੁਣ ਆਪਾਂ ਨੇ ਫਾਈਂਡ ਕਰਨੀ ਹੈ ਕਿਉਂਕਿ ਇਹਦੇ ਵਿੱਚ ਰਲ ਮਿਲ ਗਈ ਹੈ। ਹਾਂਜੀ, ਹੁਣ ਇਹ ਸੇਮ ਸਾਈਜ਼ ਦੀ ਦੇਖਣੀ ਹੈ, ਜੇ ਸੇਮ ਸਾਈਜ਼ ਦੀ ਨਾ ਮਿਲੇ ਤਾਂ ਛੋਟੀ ਵੱਡੀ ਨਾਲ ਵੀ ਕੰਮ ਚਲਾ ਸਕਦੇ ਹਾਂ। ਹਾਂਜੀ, ਸੇਮ ਸਾਈਜ਼ ਦੀ ਪਹਿਲੀ ਆਪਸ਼ਨ ਚ ਨਹੀਂ ਹੈ, ਦੂਜੀ ਚ ਵੀ ਨਹੀਂ ਹੈ, ਤੀਜੀ ਚ ਚੈੱਕ ਕਰਦੇ ਹਾਂ। ਹਾਂਜੀ, ਥਰਡ ਵਿੱਚ ਚੈੱਕ ਹੋ ਰਹੀ ਹੈ, ਥਰਡ ਵਿੱਚ ਆ ਰਹੀ ਹੈ, ਦੇਖੋ ਮੈਂ ਡਰਾ ਕੀਤੀ ਹੈ, ਥਰਡ ਵਿੱਚ ਆਪਣੇ ਕੋਲ ਸੇਮ ਸਾਈਜ਼ ਦੀ ਮਿਲ ਰਹੀ ਹੈ, ਤਾਂ ਆਪਣਾ ਆਨਸਰ ਆ ਜਾਊਗਾ ਸੀ ਆਪਸ਼ਨ। ਨੈਕਸਟ ਕੁਐਸਚਨ ਹੈ ਆਪਣਾ ਮੈਥਮੈਟੀਕਲ ਆਪਰੇਸ਼ਨ ਦਾ। ਕੁਐਸਚਨ ਚ ਕਹਿ ਰਿਹਾ P ਡਿਨੋਟ ਕਰਦਾ ਡਿਵਾਈਡ ਨੂੰ, Q ਡਿਨੋਟ ਕਰਦਾ ਮਲਟੀਪਲਾਈ ਨੂੰ, R ਡਿਨੋਟ ਕਰਦਾ ਪਲੱਸ ਨੂੰ, S ਡਿਨੋਟ ਕਰਦਾ ਮਾਈਨਸ ਨੂੰ। ਇਹਨੂੰ ਸੋਲਵ ਕਰੋ। ਆਪਣੇ ਕੋਲ ਇਕੁਏਸ਼ਨ ਹੈ, ਇਹਨੂੰ ਆਪਾਂ ਨੇ ਸੋਲਵ ਕਰਨਾ ਹੈ। Q ਨੂੰ ਕੀ ਕਹਿ ਰਿਹਾ ਮਲਟੀਪਲਾਈ, P ਨੂੰ ਕੀ ਕਹਿ ਰਿਹਾ ਡਿਵਾਈਡ, R ਨੂੰ ਕੀ ਕਹਿ ਰਿਹਾ ਪਲੱਸ, S ਨੂੰ ਕੀ ਕਹਿ ਰਿਹਾ ਮਾਈਨਸ। ਹਾਂਜੀ, ਹੁਣ ਜਦ ਵੀ ਇਹ ਕੁਐਸਚਨ ਸੋਲਵ ਕਰਨੇ ਆ ਆਪਾਂ ਨੇ ਬੋਰਡ ਮਾਸ ਲਗਾ ਕੇ ਸੋਲਵ ਕਰਨਾ ਹੈ। ਬੋਰਡ ਮਾਸ ਚ B ਕੀ ਹੁੰਦਾ ਬ੍ਰੈਕਟਸ, O ਕੀ ਹੁੰਦਾ ਆਫ, D ਡਿਵੀਜ਼ਨ, M ਮਲਟੀਪਲੀਕੇਸ਼ਨ, A ਐਡੀਸ਼ਨ, S ਸਬਟ੍ਰੈਕਸ਼ਨ, ठीक है। बॉर्ड मास ब्रैकेट्स ऑफ डिवीजन मल्टीप्लिकेशन एडिशन सबट्रैक्शन, तो सब तो पहला ਆਪਾਂ ਕੀ ਕਰਾਂਗੇ ब्रैकेट्स है नहीं ऑफ है नहीं, तो सब तो पहला ਕੀ ਕਰਾਂਗੇ डिवीजन ਕਰਾਂਗੇ, ਤਾਂ 12 ਡਿਵਾਈਡ ਬਾਈ 4, ਤਾਂ ਆਪਣੇ ਕੋਲ ਕਿੰਨਾ ਆ ਗਿਆ 3। ਫਿਰ ਆਪਾਂ ਨੇ ਹੁਣ ਕੀ ਕਰਨਾ ਹੈ ਮਲਟੀਪਲੀਕੇਸ਼ਨ, 8 3 जा 24, 3 1 जा 3 54। ਫਿਰ ਨੈਕਸਟ ਆਪਣੇ ਕੋਲ ਕੀ ਹੋਏਗਾ ਐਡੀਸ਼ਨ, 59 59 ਮਾਈਨਸ 6, ਤਾਂ ਆਪਣੇ ਕੋਲ ਆਨਸਰ ਆ ਗਿਆ 53। ਹਾਂਜੀ, ਪਹਿਲੇ ਮੈਂ ਡਿਵਾਈਡ ਕੀਤਾ, ਫਿਰ ਮੈਂ ਮਲਟੀਪਲਾਈ ਕੀਤਾ, ਫਿਰ ਐਡ ਕੀਤਾ, ਫਿਰ ਸਬਟ੍ਰੈਕਸ਼ਨ ਕੀਤੀ। ਨੈਕਸਟ ਕੁਐਸਚਨ ਹੈ ਆਪਣਾ ਅਰਿਥਮੈਟਿਕ ਰੀਜ਼ਨਿੰਗ ਦਾ। ਕੁਐਸਚਨ ਕਹਿ ਰਿਹਾ ਜਦੋਂ ਮੈਂ
1 ਤੋਂ ਲੈ ਕੇ 100 ਤੱਕ ਸਾਰੇ ਨੰਬਰ ਲਿਖ ਦਵਾਂ ਤਾਂ ਦੱਸੋ ਮੈਂ 3 ਕਿੰਨੀ ਵਾਰੀ ਲਿਖਿਆ। ਠੀਕ ਹੈ, ਜਦੋਂ ਮੈਂ 1 ਤੋਂ ਲੈ ਕੇ 100 ਤੱਕ ਸਾਰੇ ਨੰਬਰ ਲਿਖ ਦਾਂਗੀ ਤਾਂ 3 ਕਿੰਨੀ ਵਾਰੀ ਲਿਖਾਂਗੀ। ਹੁਣ ਆਪਾਂ ਲੈਂਦੇ ਆ ਪਹਿਲਾ ਯੂਨਿਟਸ ਪਲੇਸ ਤੇ। ਠੀਕ ਹੈ, ਯੂਨਿਟਸ ਪਲੇਸ ਕੀ ਹੁੰਦਾ ਆਪਣੇ ਕੋਲ, ਲਾਸਟ ਪਲੇਸ ਤੇ। तो यूनिट्स प्लेस ते 3 कितनी बारी आ रहा है, 3 आ रहा है, 13, 23, 33, 43, 53। हाँ जी, मैं कितनी बारी आया, 1 2 3 4 5 6 7 8 9 10 बारी आया। ਹੁਣ ਜਦੋਂ ਆਪਾਂ 10th ਪਲੇਸ ਤੇ ਚੈੱਕ ਕਰਦੇ ਹਾਂ ਤਾਂ 10th ਪਲੇਸ ਤੇ ਆਪਣੇ ਕੋਲ ਆ ਗਿਆ 30, 31। हाँ जी, 10th ਪਲੇਸ ਤੇ ਆ ਗਿਆ ਇੱਧਰ। ਜਦੋਂ 3 ਕਿਤੇ ਹੈ 10th ਪਲੇਸ ਤੇ। ਹੁਣ ਇਹਦੇ ਚ ਕਿੰਨੀ ਵਾਰੀ ਆਇਆ, 1 2 3 4 5 6 7 8 9 10 ਵਾਰੀ। ਤਾਂ ਆਪਣੇ ਕੋਲ ਟੋਟਲ 3 ਕਿੰਨੀ ਵਾਰੀ ਆਇਆ, 20 ਟਾਈਮਸ। ਤਾਂ ਆਪਣਾ ਆਨਸਰ ਆ ਗਿਆ ਸੀ ਆਪਸ਼ਨ। ਹਾਂਜੀ, ਕੁਝ ਬੱਚਿਆਂ ਨੂੰ ਲੱਗਦਾ ਆਪਾਂ 33 ਦੋ ਵਾਰੀ ਲੈ ਲਿਆ। ਇੱਧਰ ਆਪਾਂ 3 ਲਿੱਤਾ ਯੂਨਿਟਸ ਪਲੇਸ ਵਾਲਾ, ਇੱਥੇ ਆਪਾਂ 3 ਲਿੱਤਾ 10th ਪਲੇਸ ਵਾਲਾ। ਤਾਂ 33 ਵਿੱਚ 2 3 ਆ ਰਹੇ ਨੇ, ਇੱਕ ਯੂਨਿਟਸ ਪਲੇਸ ਤੇ ਇੱਕ 10th ਪਲੇਸ ਤੇ। नेक्स्ट क्वेश्चन है, ए फायर्स 5 शॉट्स टू बी's 3। ए फायर्स 5 शॉट्स टू बी's 3। ए की कर रहा है, 5 शॉट मार रहा है ਤੇ B ਕਿੰਨੇ ਮਾਰ ਰਿਹਾ, 3 ਮਾਰ ਰਿਹਾ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ A is to B ਦੀ ਰੇਸ਼ੋ ਕਿੰਨੀ ਹੈ, 5 is to 3। ਆਪਾਂ ਇਹਨੂੰ ਏਦਾਂ ਵੀ ਲਿਖ ਸਕਦੇ ਹਾਂ, ਆਪਾਂ ਇਹਨੂੰ ਏਦਾਂ ਵੀ ਲਿਖ ਸਕਦੇ ਹਾਂ। A is to B ਦੀ ਰੇਸ਼ੋ ਕਿੰਨੀ ਹੈ, 5 is to 3। but A kills only once in 3 shots। ਜਦਕਿ A ਸਿਰਫ ਇੱਕ ਸ਼ਾਟ once ਮਾਰ ਰਿਹਾ 3 ਸ਼ਾਟਸ ਵਿੱਚ। ਠੀਕ ਹੈ, A kills only once in 3 shots। ਜਦੋਂ A ਸ਼ਾਟ ਮਾਰਦਾ ਹੈ ਉਹਦੇ ਚੋਂ ਇੱਕ ਕਿਲਿੰਗ ਹੈ ਤੇ 2 ਕੀ ਨੇ, ਮਿਸਿੰਗ ਨੇ। ਏਦਾਂ ਹੀ B ਦੇ ਦੱਸਿਆ, B while B kills only once in 2 shots। B ਸਿਰਫ ਇੱਕ ਕਿਲ ਕਰ ਰਿਹਾ ਤੇ 2 ਸ਼ਾਟਸ ਵਿੱਚ। B ਕੀ ਕਰ ਰਿਹਾ, ਇੱਕ ਕਿਲ ਕਰ ਰਿਹਾ, ਇੱਕ ਉਹਦਾ ਮਿਸਿੰਗ ਸ਼ਾਟ ਹੈ। when B has missed 27 times। ਜੇ B ਦੇ 27 ਮਿਸਿੰਗ ਸ਼ਾਟਸ ਨੇ ਤਾਂ ਕਿਲਿੰਗ ਵੀ 27 ਹੋ ਗਏ। ਜੇ ਉਹਦਾ ਮਿਸਿੰਗ 1:1 ਹੈ, ਕਿਲਿੰਗ ਤੇ ਮਿਸਿੰਗ ਦਾ ਕੀ ਹੈ, 1:1। ਤਾਂ B ਦੇ ਜੇ ਮਿਸਿੰਗ 27 ਨੇ ਤਾਂ ਕਿਲਿੰਗ ਵੀ 27 ਹੋ ਗਏ। ਤਾਂ B ਦੇ ਟੋਟਲ ਸ਼ਾਟਸ ਕਿੰਨੇ ਹੋ ਗਏ, 54। ਹੁਣ B ਦੇ ਇੱਥੇ ਕਿੰਨੀ ਰੇਸ਼ੋ ਸੀ, 3। ਤੇ ਯਾਨੀ ਕਿ B ਦੇ 54। ਹੁਣ ਇਹ 3 ਕਿਵੇਂ ਆਇਆ, ਇਨਟੂ 18 ਕਰਕੇ। ਠੀਕ ਹੈ, 3 ਸੀਗਾ, ਇਹ 54 ਆ ਗਿਆ। 3 ਨੂੰ 18 ਨਾਲ ਗੁਣਾ ਕਰਾਂਗੇ 54 ਆ ਜਾਏਗਾ। ਏਦਾਂ ਹੀ ਇਹਨੂੰ ਵੀ 18 ਨਾਲ ਗੁਣਾ ਕਰਤਾ ਤਾਂ ਆਪਣੇ ਕੋਲ ਆ ਗਿਆ 90। ਯਾਨੀ ਕਿ A ਨੇ ਕਿੰਨੇ ਸ਼ਾਟਸ ਮਾਰੇ, 90। ਹੁਣ ਕੁਐਸਚਨ ਚ ਪੁੱਛ ਰਿਹਾ A ਦੇ ਕਿਲਿੰਗ ਸ਼ਾਟਸ ਕਿੰਨੇ ਨੇ। ਹੁਣ A ਦੇ ਕਿਲਿੰਗ ਸ਼ਾਟਸ ਨੇ 90 ਇਨਟੂ 1/3। ਹਾਂਜੀ, ਰੇਸ਼ੋ ਚ ਆਪਾਂ ਕਰਦੇ ਹਾਂ ਡਿਵਾਈਡ ਤੇ ਆ ਜਾਏਗਾ 30। ਤਾਂ 60 ਆ ਗਏ ਮਿਸਿੰਗ ਸ਼ਾਟਸ। 30 ਕਿਲਿੰਗ ਤੇ 60 ਆ ਗਏ ਮਿਸਿੰਗ ਸ਼ਾਟਸ। ਦੁਬਾਰਾ ਦੇਖੋ, ਕੁਐਸਚਨ ਥੋੜਾ ਟ੍ਰਿਕੀ ਸੀਗਾ। A fires 5 shots to B's 3। A 5 ਸ਼ਾਟ ਮਾਰ ਰਿਹਾ ਤੇ B ਕਿੰਨੇ ਮਾਰ ਰਿਹਾ, 3 ਸ਼ਾਟਸ ਮਾਰ ਰਿਹਾ। ਮਤਲਬ ਉਹਨਾਂ ਦੀ ਰੇਸ਼ੋ ਦਿੱਤੀ ਹੈ A is to B ਦੀ 5:3। ਹਾਂਜੀ, ਜਿਵੇਂ ਆਪਾਂ ਕਹੀਏ A ਨੇ 5 ਕੁਐਸਚਨ ਕੀਤੇ ਤੇ B ਨੇ 3 ਕੁਐਸਚਨ ਕੀਤੇ। ਹੋਰ ਅੱਗੇ ਉਹਨੇ ਦਿੱਤਾ A kills only once in 3 shots। ਜੇ A 3 ਸ਼ਾਟਸ ਮਾਰ ਰਿਹਾ ਤਾਂ ਉਹਦੇ ਵਿੱਚ ਕਿਲਿੰਗ ਸ਼ਾਟ ਕਿੰਨਾ, ਸਿਰਫ ਇੱਕ। 2 ਕੀ ਨੇ, ਮਿਸਿੰਗ। ਜਦੋਂ 3 ਸ਼ਾਟਸ ਮਾਰ ਰਿਹਾ, ਇੱਕ ਨਿਸ਼ਾਨੇ ਤੇ ਵੱਜ ਰਿਹਾ, 2 ਮਿਸ ਹੋ ਰਹੇ ਨੇ। ਏਦਾਂ ਹੀ B ਦੇ ਦਿੱਤੇ, B kills only once in 2 shots। B ਸਿਰਫ 2 ਸ਼ਾਟਸ ਵਿੱਚ ਇੱਕ ਕਿਲ ਕਰ ਰਿਹਾ ਤੇ ਇੱਕ ਕੀ ਹੋ ਰਿਹਾ, ਉਹਦਾ ਮਿਸਿੰਗ। B ਦੇ ਜੇ 27 ਸ਼ਾਟਸ ਮਿਸਿੰਗ ਨੇ, B ਦੇ ਜੇ 27 ਸ਼ਾਟਸ ਮਿਸਿੰਗ ਨੇ ਤਾਂ ਕਿਲਿੰਗ ਵੀ 27 ਹੋ ਗਏ ਕਿਉਂਕਿ 1:1 ਹੈ। B ਦੇ ਜੇ 27 ਕਿਲਿੰਗ ਨੇ ਤੇ 27 ਹੀ ਮਿਸਿੰਗ ਹੋ ਗਏ ਤਾਂ ਟੋਟਲ ਕਿੰਨੇ ਹੋ ਗਏ B ਦੇ, 54 ਸ਼ਾਟਸ। B ਦੇ ਕਿੰਨੇ ਸ਼ਾਟਸ ਹੋ ਗਏ, 54। ਹੁਣ ਇਹ 3 ਦੇ ਬਰਾਬਰ ਸੀਗੇ, 5:3। 3 ਦੇ ਬਰਾਬਰ ਸੀ 54, ਯਾਨੀ ਕਿ 54 ਕਿਵੇਂ ਆਇਆ, 18 ਨੂੰ ਗੁਣਾ ਕਰਕੇ। ਹੁਣ ਏਦਾਂ ਹੀ ਆਪਾਂ ਇੱਧਰ ਵੀ 18 ਨੂੰ ਗੁਣਾ ਕਰਤਾ, 5 ਨੂੰ 18 ਨਾਲ ਤਾਂ ਕਿੰਨਾ ਆ ਗਿਆ, 90।
ਤਾਂ 90 ਸ਼ਾਟਸ ਨੇ। ਤਾਂ ਹੁਣ ਕਿਲਿੰਗ ਕਿੰਨੇ ਨੇ ਉਹਦੇ 90 into 1/3 ਕਿਉਂਕਿ ਕਿਲਿੰਗ ਸੀਗਾ 1/3 ਮਿਸਿੰਗ ਕਿੰਨੇ ਆ ਗਏ 60। ਸਾਨੂੰ ਪੁੱਛਿਆ ਕਿਲਿੰਗ ਤਾਂ ਆਪਣਾ ਆਨਸਰ ਆ ਜਾਊਗਾ 30 ਬਰਡਸ। ਲਾਸਟ ਕੁਐਸਚਨ ਅੱਜ ਦਾ ਲਾਸਟ ਕੁਐਸਚਨ ਹੈ ਆਪਣਾ ਮਿਸਿੰਗ ਫਿਗਰ ਦੱਸਣੀ ਹੈ। ਹਾਂਜੀ ਹੁਣ ਆਪਣੇ ਕੋਲ ਇੱਧਰ ਕੁਐਸਚਨ ਮਾਰਕ ਹੈ। ਹੁਣ ਆਪਾਂ ਨੇ ਸਮਝਣਾ ਹੈ 4 8 ਨੂੰ ਕੀ ਕੀਤਾ ਕਿ 20 ਬਣਿਆ। ਹਾਂਜੀ ਇਹ ਕੀ ਕੀਤਾ 8 ਨੂੰ 2 ਨਾਲ ਗੁਣਾ ਕੀਤਾ 16 ਆ ਗਿਆ 16 + 4 20। ਏਦਾਂ ਹੀ 3 ਨੂੰ 2 ਨਾਲ ਗੁਣਾ ਕੀਤਾ 6 6 + 9 15। 5 ਨੂੰ 2 ਨਾਲ ਗੁਣਾ ਕੀਤਾ 10 10 + 6 16। ਤਾਂ ਆਪਣਾ ਆਨਸਰ ਆ ਗਿਆ ਸੀ ਆਪਸ਼ਨ। 8 ਨੂੰ 2 ਨਾਲ ਗੁਣਾ ਕਰਕੇ 16 16 + 4 20। 3 ਨੂੰ 2 ਨਾਲ ਗੁਣਾ ਕੀਤਾ 6 6 + 9 15। 5 ਨੂੰ 2 ਨਾਲ ਗੁਣਾ ਕੀਤਾ 10 10 + 6 16। ਹਾਂਜੀ ਏਦਾਂ ਹੀ ਆਪਾਂ ਹੋਰ ਵੀਡੀਓਜ਼ ਤੁਹਾਡੇ ਕੋਲ ਲਿਆਂਦੇ ਰਵਾਂਗੇ ਸ਼ੇਅਰ ਕਰਦੇ ਰਵਾਂਗੇ। ਕਰੀਅਰ ਐਜ ਨਾਲ ਜੁੜੇ ਰਹੋ ਪੜ੍ਹਦੇ ਰਹੋ। ਧੰਨਵਾਦ।